ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਜ਼ਿੰਮੇਵਾਰੀ ਅਤੇ ਲਾਪਰਵਾਹੀ। ਜੇ ਅਧਿਆਪਕ ਵਿੱਚ ਆਪ ਪੜ੍ਹਨ ਦਾ ਸ਼ੌਂਕ ਨਹੀਂ ਤਾਂ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਤੋਂ ਵੀ ਸੱਖਣਾ ਹੋਵੇਗਾ। ਜੇ ਕਿਸੇ ਪਰਿਵਾਰ ਦਾ ਕੋਈ ਉਦੇਸ਼ ਨਹੀਂ ਤਾਂ ਅਜਿਹੇ ਪਰਿਵਾਰ ਦੇ ਜੀਆਂ ਦਾ ਲਾਪਰਵਾਹ ਹੋਣਾ ਲਾਜ਼ਮੀ ਹੈ। ਅਸੀਂ ਜੋ ਕਹਿੰਦੇ, ਕਰਦੇ, ਉਸਾਰਦੇ, ਵਿਗਾੜਦੇ ਹਾਂ, ਉਸ ਦੇ ਚੰਗੇ ਮਾੜੇ ਸਿੱਟਿਆਂ ਲਈ ਅਸੀਂ ਜ਼ਿੰਮੇਵਾਰ ਹੁੰਦੇ ਹਾਂ। ਖੇਤਰ ਕੋਈ ਹੋਵੇ, ਆਗੂ ਜਾਂ ਮੁਖੀ ਜਾਂ ਪ੍ਰਬੰਧਕ ਦਾ ਉਗੜਵਾਂ ਲੱਛਣ ਕਰਤੱਵ ਨੂੰ ਨਿਭਾਉਣਾ ਅਤੇ ਅਸਫਲਤਾ ਦੀ ਜ਼ਿੰਮੇਵਾਰੀ ਸਵੀਕਾਰਨਾ ਹੁੰਦਾ ਹੈ। ਅਸੀਂ ਜਿਸ ਨੂੰ ਵੀ ਮਿਲਦੇ ਹਾਂ, ਕੁਝ ਪਲਾਂ ਵਿੱਚ ਹੀ ਸਪਸ਼ਟ ਹੋ ਜਾਂਦਾ ਹੈ ਕਿ ਉਹ ਜ਼ਿੰਮੇਵਾਰ ਅਤੇ ਭਰੋਸੇਯੋਗ ਹੈ ਕਿ ਨਹੀਂ। ਉਹ ਨੇੜੇ ਜਾਣ ਅਤੇ ਨੇੜੇ ਲਿਆਉਣ ਯੋਗ ਹੈ ਕਿ ਨਹੀਂ। ਉਸ ਨਾਲ ਡੂੰਘਾ ਅਤੇ ਹੰਢਣਸਾਰ ਰਿਸ਼ਤਾ ਸੰਭਵ ਹੈ ਕਿ ਨਹੀਂ। ਜ਼ਿੰਮੇਵਾਰ ਵਿਅਕਤੀ ਨੂੰ ਹਰ ਕੋਈ ਪਸੰਦ ਕਰਦਾ ਹੈ। ਜ਼ਿੰਮੇਵਾਰੀ ਦੀ ਹਰ ਥਾਂ ਪ੍ਰਸ਼ੰਸਾ ਹੁੰਦੀ ਹੈ। ਜੀਵਨ ਵਿੱਚ ਜ਼ਿੰਮੇਵਾਰੀ ਇੱਕ ਆਧਾਰੀ ਪੱਖ ਹੈ ਜਿਸ ਤੋਂ ਬਿਨਾਂ ਮਨੁੱਖ ਦਾ ਮਹੱਤਵ ਨਹੀਂ ਉਸਰਦਾ। ਇਸ ਕਾਰਨ ਜ਼ਿੰਮੇਵਾਰੀ ਦੀ ਪ੍ਰਸ਼ੰਸਾ ਹੋਵੇ ਨਾ ਹੋਵੇ, ਪਰ ਲਾਪਰਵਾਹੀ ਦੀ ਆਲੋਚਨਾ ਜ਼ਰੂਰ ਹੁੰਦੀ ਹੈ। ਅਨੁਸ਼ਾਸਨ ਤੋਂ ਬਿਨਾਂ ਰਚਨਾਤਮਕ ਨਹੀਂ ਹੋਇਆ ਜਾ ਸਕਦਾ। ਜ਼ਿੰਮੇਵਾਰੀ ਅਨੁਸ਼ਾਸਨ ਦਾ ਨਾਂ ਹੈ। ਯੂਰਪ ਨੇ ਸੰਸਾਰ 'ਤੇ ਰਾਜ ਕੀਤਾ ਹੈ। ਯੂਰਪੀਨ ਹਾਕਮਾਂ ਦੀ ਜ਼ਿੰਮੇਵਾਰੀ ਦੀ ਭਾਵਨਾ ਤੋਂ ਸਾਰਾ ਸੰਸਾਰ ਜਾਣੂ ਹੈ। ਦੂਜੇ ਵਿਸ਼ਵ ਯੁੱਧ ਉਪਰੰਤ ਸੰਸਾਰ 'ਤੇ ਰਾਜ ਕਰਨ ਦੀ ਜ਼ਿੰਮੇਵਾਰੀ ਯੂਰਪ ਦੇ ਹੱਥੋਂ ਨਿਕਲ ਕੇ ਅਮਰੀਕਾ ਕੋਲ ਹੈ। ਅਜੋਕੇ ਸੰਸਾਰ ਵਿੱਚ ਅਮਰੀਕਾ ਇਹ ਜ਼ਿੰਮੇਵਾਰੀ ਨਾਲ ਨਹੀਂ ਨਿਭਾ ਰਿਹਾ, ਸੋ ਅਮਰੀਕਾ ਦਾ ਵਿਰੋਧ ਹੋ ਰਿਹਾ ਹੈ। ਦੂਰ ਦ੍ਰਿਸ਼ਟੀ ਤੋਂ ਬਿਨਾਂ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਸਕਦੀ। ਨੇੜ ਦ੍ਰਿਸ਼ਟੀ ਨਾਲ ਕੇਵਲ ਅਧਿਕਾਰ ਦਿਸਦੇ ਹਨ। ਜਿਨ੍ਹਾਂ ਵਿੱਚ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਵਿੱਚ ਆਗੂ ਬਣਨ ਦੇ ਲੱਛਣ ਹੁੰਦੇ ਹਨ। ਜੇ ਨੌਕਰ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਹੋਵੇ ਤਾਂ ਉਹ ਜਲਦੀ ਹੀ ਮਾਲਕ ਬਣ ਜਾਂਦਾ ਹੈ। ਜ਼ਿੰਮੇਵਾਰੀ ਵਾਲਾ ਵਿਦਿਆਰਥੀ ਵਿਦਵਾਨ ਬਣ ਜਾਂਦਾ ਹੈ। ਜਿਹੜੇ ਨਵੀਆਂ ਜ਼ਿੰਮੇਵਾਰੀਆਂ ਨਹੀਂ ਚੁੱਕਦੇ ਜਾਂ ਨਹੀਂ ਚੁੱਕ ਸਕਦੇ, ਉਹ ਅਤੀਤ ਦੀਆਂ ਪ੍ਰਾਪਤੀਆਂ ਅਤੇ ਸੁਨਹਿਰੀ ਯੁੱਗ ਦੇ ਗੁਣ ਗਾਉਣ ਕਾਰਨ ਵਿਸ਼ਾਲ ਸੰਭਾਵਨਾਵਾਂ ਵਾਲੇ ਨਵੇਂ ਅਵਸਰ ਗੁਆ ਦਿੰਦੇ ਹਨ। ਜਿਹੜੇ ਵਿਅਕਤੀ ਛੋਟੀਆਂ ਗੱਲਾਂ ਬਾਰੇ ਝੂਠ ਬੋਲਦੇ ਜਾਂ ਬਹਾਨੇ ਲਾਉਂਦੇ ਹਨ, ਉਹ ਵੱਡੀਆਂ ਜ਼ਿੰਮੇਵਾਰੀਆਂ ਦੇ ਯੋਗ ਨਹੀਂ ਹੁੰਦੇ। ਗੈਰ ਜ਼ਿੰਮੇਵਾਰ ਜਾਂ ਲਾਪਰਵਾਹ ਵਿਅਕਤੀ ਦੀ ਲਾਪਰਵਾਹੀ ਉੱਠਦਿਆਂ ਬੈਠਦਿਆਂ, ਪਹੁੰਚਦਿਆਂ ਜਾਂਦਿਆਂ, ਕਹਿੰਦਿਆਂ ਸੁਣਦਿਆਂ ਆਪ ਮੁਹਾਰੇ ਪ੍ਰਗਟ ਹੋ ਜਾਂਦੀ ਹੈ। ਇਹ ਜਿਸ ਸੰਸਥਾ ਜਾਂ ਅਹੁਦੇ 'ਤੇ ਲੱਗਦੇ ਹਨ ਉਸ ਦਾ ਮਾਣ ਸਤਿਕਾਰ ਘਟਾਉਂਦੇ ਹਨ। ਅਦਾਰਾ ਕੋਈ ਹੋਵੇ, ਉੱਥੇ ਜ਼ਿੰਮੇਵਾਰ ਲਾਪਰਵਾਹਾਂ ਨੂੰ, ਚੁਸਤ ਆਲਸੀਆਂ ਨੂੰ, ਰੁੱਝੇ ਨਿਕੰਮਿਆਂ ਨੂੰ, ਸਿਆਣੇ ਮੂਰਖਾਂ ਨੂੰ ਪਸੰਦ ਨਹੀਂ ਕਰਦੇ। ਇਹਨਾਂ ਵਿੱਚ ਟਕਰਾਓ ਜਾਰੀ ਰਹਿੰਦਾ ਹੈ ਅਤੇ ਇਹ ਇੱਕ ਦੂਜੇ ਲਈ ਪਰੇਸ਼ਾਨੀ ਬਣੇ ਰਹਿੰਦੇ ਹਨ। ਲਾਪਰਵਾਹ ਵਿਅਕਤੀ ਕਦੇ ਕੋਈ ਕੰਮ ਵਕਤ ਸਿਰ ਜਾਂ ਪੂਰਾ ਨਹੀਂ ਕਰਦੇ। ਇਹ ਨਾ ਚੰਗੇ ਪੁੱਤਰ, ਨਾ ਸੁਯੋਗ ਪਤੀ, ਨਾ ਜ਼ਿੰਮੇਵਾਰ ਪਿਤਾ, ਨਾ ਯਾਦਗਾਰੀ ਪ੍ਰੇਮੀ, ਨਾ ਭਰੋਸੇਯੋਗ ਦੋਸਤ, ਨਾ ਮਾਨਣ ਯੋਗ ਸਾਥੀ ਬਣਦੇ ਹਨ। ਲਾਪਰਵਾਹੀ ਅਜੋਕੇ ਯੁੱਗ ਦੀ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਹਰ ਕੋਈ ਇਹ ਸਮੱਸਿਆ ਤੋਂ ਪਰੇਸ਼ਾਨ ਹੈ, ਪਰ ਹਰ ਕਿਸੇ ਦੀ ਪਰੇਸ਼ਾਨੀ ਲਈ ਜ਼ਿੰਮੇਵਾਰ ਕੋਈ ਹੋਰ ਹੈ। ਅਜੋਕੇ ਸੰਸਾਰ ਵਿੱਚ ਕਿਸੇ ਦੇ ਪਰੇਸ਼ਾਨ ਜਾਂ ਪਾਗਲ ਹੋਣ ਦੀ ਇੱਕ ਹੀ ਸ਼ਰਤ ਹੈ ਕਿ ਉਹ ਜਿਉਂਦਾ ਹੋਣਾ ਚਾਹੀਦਾ ਹੈ। ਨਿਰਸੰਦੇਹ ਹਰ ਕਿਸੇ ਨੂੰ ਹਰੇਕ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਹਰੇਕ ਦੀਆਂ ਇਤਨੀਆਂ ਕੁ ਸਮੱਸਿਆਵਾਂ ਜ਼ਰੂਰ ਹਨ ਕਿ ਉਹ ਸ਼ਾਮ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ ਹੈ। ਹਰ ਕੋਈ ਕਹਿ ਰਿਹਾ ਹੈ ਕੇਵਲ ਮੈਂ ਸਹੀ ਹਾਂ ਅਤੇ ਬਾਕੀ ਸਾਰੇ ਗਲਤ ਹਨ। ਆਪ ਜ਼ਿੰਮੇਵਾਰੀ ਕੋਈ ਨਹੀਂ ਚੁੱਕ ਰਿਹਾ। ਸਾਰੇ ਹੋਰਾਂ ਨੂੰ ਲਾਪਰਵਾਹ ਸਾਬਤ ਕਰਨ ਦੀ ਜਿੱਦ ਕਰ ਰਹੇ ਹਨ। ਜਿਸ ਦੇ ਪੈਰਾਂ ਨੂੰ ਚਿੱਕੜ ਲੱਗਿਆ ਹੋਵੇ ਉਹ ਵੀ ਸ਼ਿਕਾਇਤ ਲਾ ਰਿਹਾ ਹੈ ਕਿ ਇਹ ਚਿੱਕੜ ਪਤਾ ਨਹੀਂ ਕਿਉਂ ਮੇਰੇ ਪਿੱਛੇ ਪਿੱਛੇ ਆਈ ਜਾ ਰਿਹਾ ਹੈ। ਪੁਰਸ਼ ਕਹਿ ਰਿਹਾ ਹੈ ਮੇਰੀ ਪਤਨੀ ਬੜੀ ਲਾਪਰਵਾਹ ਹੈ। ਇਸਤਰੀ ਕਹਿ ਰਹੀ ਹੈ ਮੇਰਾ ਪਤੀ ਕੁਝ ਕਮਾਉਂਦਾ ਹੀ ਨਹੀਂ। ਸੱਸ, ਗੁਆਂਢੀ, ਅਫਸਰ ਆਦਿ ਹਰ ਕਿਸੇ ਦੀ ਸਮੱਸਿਆ ਬਣੇ ਹੋਏ ਹਨ। ਕੋਈ ਮੰਨਦਾ ਹੀ ਨਹੀਂ ਕਿ ਮੈਂ ਵੀ ਕਿਸੇ ਦੀ ਸਮੱਸਿਆ ਹਾਂ। ਇਹ ਵੀ ਇੱਕ ਸਮੱਸਿਆ ਹੈ ਕਿ ਅਸੀਂ ਆਪਣੇ ਆਪ ਨੂੰ ਕਿਸੇ ਲਈ ਸਮੱਸਿਆ ਨਹੀਂ ਮੰਨਦੇ, ਪਰ ਹਰ ਕਿਸੇ ਨੂੰ ਆਪਣੀ ਮੁਸ਼ਕਿਲ ਸਮਝਦੇ ਹਾਂ। ਧੀ ਤੋਂ ਇੱਕ ਗਲਤੀ ਹੋ ਗਈ ਹੈ, ਹਰ ਕੋਈ ਸਾਰੇ ਪਰਿਵਾਰ ਨੂੰ ਕੋਸ ਰਿਹਾ ਹੈ। ਪੁੱਤਰ ਤੋਂ ਕੋਈ ਅਣਗਹਿਲੀ ਹੋ ਗਈ ਹੈ, ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਦੇ ਦਿੱਤਾ ਹੈ ਕਿ ਇਸ ਦਾ ਪਿਓ ਵੀ ਅਜਿਹਾ ਹੀ ਸੀ। ਇਵੇਂ ਸੰਸਾਰ ਦਾ ਲਗਭਗ ਹਰੇਕ ਵਿਅਕਤੀ ਹੋਰਾਂ ਨੂੰ ਨਿੰਦਣ ਭੰਡਣ ਵਿੱਚ ਰੁੱਝਿਆ ਹੋਇਆ ਹੈ।
ਪਰ ਕੋਈ ਜ਼ਿੰਮੇਵਾਰੀ ਸਵੀਕਾਰਨ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ। ਆਪ ਜ਼ਿੰਮੇਵਾਰੀ ਚੁੱਕਣ ਤੋਂ ਬਿਨਾਂ ਸਾਡੀ ਪਛਾਣ ਨਹੀਂ ਬਣਦੀ। ਇਹੀ ਕਾਰਨ ਹੈ ਕਿ ਸਾਡੇ ਨਾਂ ਤਾਂ ਹਨ ਪਰ ਸਾਡੀ ਪਛਾਣ ਕੋਈ ਨਹੀਂ। ਕਈ ਮਾਤਾ ਪਿਤਾ ਸੰਤਾਨ ਨੂੰ ਆਪ ਕੋਈ ਜ਼ਿੰਮੇਵਾਰੀ ਨਿਭਾਉਣ ਨਹੀਂ ਦਿੰਦੇ। ਅਜਿਹੀ ਸੰਤਾਨ ਬਚਪਨ ਵਿੱਚੋਂ ਹੀ ਬਾਹਰ ਨਹੀਂ ਨਿਕਲਦੀ। ਕਈ ਮਾਵਾਂ ਧੀਆਂ ਨੂੰ ਕੁਝ ਸਿੱਖਣ ਹੀ ਨਹੀਂ ਦਿੰਦੀਆਂ, ਜਿਹੜੀਆਂ ਸਧਾਰਨ ਜਿਹੀ ਮੁਸ਼ਕਿਲ ਵਿੱਚ ਲੜਖੜਾ ਜਾਂਦੀਆਂ ਹਨ। ਪਰੇਸ਼ਾਨੀਆਂ ਗੈਰ ਜ਼ਿੰਮੇਵਾਰੀ ਵਿੱਚੋਂ ਉਪਜਦੀਆਂ ਹਨ। ਜਿਹੜੇ ਸਵੇਰੇ ਜਾਗਦੇ ਹੀ ਦੇਰ ਨਾਲ ਹਨ, ਉਹ ਹਰ ਥਾਂ ਦੇਰ ਨਾਲ ਪਹੁੰਚਣਗੇ। ਲਾਪਰਵਾਹੀ ਦੇ ਪ੍ਰਗਟਾਵੇ ਲਈ ਨਸ਼ੇ ਇੱਕ ਮਾਤਰ ਸਾਧਨ ਨਹੀਂ। ਆਤਮਘਾਤ, ਹਾਦਸੇ, ਜੂਆ, ਅਪਰਾਧ, ਨਜਾਇਜ਼ ਰਿਸ਼ਤੇ, ਮੋਟਾਪਾ ਆਦਿ ਸਾਰੇ ਲਾਪਰਵਾਹੀ ਦੇ ਮਾਰਗ ਹਨ। ਵਿਹਲੜਪੁਣਾ ਲਾਪਰਵਾਹੀ ਉਪਜਾਉਂਦਾ ਹੈ, ਜਦੋਂ ਕਿ ਰੁੱਝੇ ਹੋਏ ਲੋਕ ਵਧੇਰੇ ਜ਼ਿੰਮੇਵਾਰ ਅਤੇ ਭਰੋਸੇਯੋਗ ਹੁੰਦੇ ਹਨ। ਇਸਤਰੀਆਂ ਪੁਰਸ਼ਾਂ ਨਾਲੋਂ ਵਧੇਰੇ ਜ਼ਿੰਮੇਵਾਰੀ ਚੁੱਕਦੀਆਂ ਹੀ ਨਹੀਂ, ਨਿਭਾਉਂਦੀਆਂ ਵੀ ਵਧੇਰੇ ਹਨ। ਹਰ ਰਿਸ਼ਤੇ ਵਿੱਚ ਇਸਤਰੀ ਵਧੇਰੇ ਜ਼ਿੰਮੇਵਾਰੀ ਨਾਲ ਵਿਚਰਦੀ ਹੈ। ਜ਼ਿੰਮੇਵਾਰ ਪੁਰਸ਼ ਨਵੇਂ ਵਪਾਰ, ਨਵੀਆਂ ਕਾਢਾਂ, ਨਵੇਂ ਕਿੱਤੇ ਉਪਜਾਉਂਦੇ ਹਨ। ਜ਼ਿੰਮੇਵਾਰ ਵਿਅਕਤੀ ਅਕਸਰ ਆਪਣੀ ਸਮਰੱਥਾ ਨਾਲੋਂ ਵਧੇਰੇ ਜ਼ਿੰਮੇਵਾਰੀ ਚੁੱਕਦੇ ਹਨ, ਜਿਸ ਕਾਰਨ ਪੁਰਸ਼ਾਂ ਨੂੰ ਵਧੇਰੇ ਸਮੱਸਿਆਵਾਂ, ਵਧੇਰੇ ਖਤਰਿਆਂ ਅਤੇ ਵਧੇਰੇ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿੰਮੇਵਾਰੀ ਵਿਅਕਤੀਗਤ ਹੁੰਦੀ ਹੈ। ਸਾਂਝੀ ਜ਼ਿੰਮੇਵਾਰੀ ਤੋਂ ਬਚਣ ਦਾ ਬਹਾਨਾ ਹੁੰਦੀ ਹੈ। ਸੋ ਸਾਂਝੀ ਜ਼ਿੰਮੇਵਾਰੀ ਦੇ ਕੋਈ ਅਰਥ ਨਹੀਂ ਹੁੰਦੇ। ਅਨੇਕਾਂ ਘਰਾਂ ਵਾਲੀ ਕਿਸੇ ਇਮਾਰਤ ਦੇ ਸਾਂਝੇ ਲਾਂਘੇ ਨੂੰ ਕੋਈ ਸਾਫ਼ ਨਹੀਂ ਕਰਦਾ। ਸਾਂਝੀ ਜ਼ਿੰਮੇਵਾਰੀ ਕਾਰਨ ਹੀ ਭਾਈਵਾਲੀਆਂ ਸਫਲ ਨਹੀਂ ਹੁੰਦੀਆਂ। ਸੜਕ 'ਤੇ ਜੇ ਕਿਸੇ ਨੂੰ ਦੌਰਾ ਪੈ ਜਾਵੇ ਤਾਂ ਕੋਈ ਨਹੀਂ ਚੁੱਕਦਾ, ਕਿਉਂਕਿ ਕਿਸੇ ਉੱਤੇ ਜ਼ਿੰਮੇਵਾਰ ਹੋਣ ਦਾ ਦਬਾਅ ਨਹੀਂ। ਜੇ ਬਿਜਲੀ ਚਲੀ ਗਈ ਹੈ ਤਾਂ ਹਰ ਕੋਈ ਸੋਚਦਾ ਹੈ ਕਿਸੇ ਹੋਰ ਨੇ ਸ਼ਿਕਾਇਤ ਲਿਖਵਾ ਦਿੱਤੀ ਹੋਵੇਗੀ। ਲਾਪਰਵਾਹ ਅਤੇ ਗੈਰ ਜ਼ਿੰਮੇਵਾਰ ਵਿਅਕਤੀਆਂ ਨਾਲ ਕਿਵੇਂ ਨਜਿੱਠਿਆ ਜਾਵੇ, ਇਹ ਅਜੋਕੇ ਸਾਰੇ ਵਿਸ਼ਵ ਦਾ ਵੱਡਾ ਮਸਲਾ ਹੈ। ਸੰਸਾਰ ਵਿੱਚ ਲਗਭਗ 10% ਲੋਕਾਂ ਨੂੰ ਲਾਪਰਵਾਹੀ ਦਾ ਰੋਗ ਹੈ। ਇਹ ਆਪਣੀ ਜ਼ਿੰਮੇਵਾਰੀ ਤੋਂ ਬੇਮੁਖ ਹਨ ਅਤੇ ਗੈਰ ਜ਼ਿੰਮੇਵਾਰੀ ਵਾਲੇ ਖੇਤਰਾਂ ਵਿੱਚ ਸਰਗਰਮ ਹਨ। ਪੁਲਿਸ ਅਤੇ ਫੌਜ ਵਿੱਚ, ਸਕੂਲ ਅਤੇ ਕਾਲਜ ਵਿੱਚ, ਹਸਪਤਾਲ ਅਤੇ ਦਫ਼ਤਰ ਆਦਿ ਵਿੱਚ ਸਭਨੀ ਥਾਈਂ ਘੱਟੋ ਘੱਟ ਲਗਭਗ 10% ਪੂਰਨ ਭਾਂਤ ਨਿਕੰਮੇ, ਅਯੋਗ ਅਤੇ ਕੰਮਚੋਰ ਵਿਅਕਤੀ ਪ੍ਰਵੇਸ਼ ਕਰ ਜਾਂਦੇ ਹਨ। ਅਦਾਰਾ ਜਾਂ ਸੰਸਥਾ ਕੋਈ ਹੋਵੇ, ਇਹ ਸਹਿਜੇ ਹੀ ਦਿਸ ਜਾਣਗੇ। ਇਹ ਗੁੱਸਾ ਅਤੇ ਚਿੜ ਉਪਜਾਉਂਦੇ ਹਨ। ਇਹ ਜ਼ਿੰਮੇਵਾਰੀ ਦੇ ਪੱਖੋਂ ਸੁਸਤ ਅਤੇ ਸਹੂਲਤਾਂ ਮਾਣਨ ਦੇ ਪੱਖੋਂ ਚੁਸਤ ਹੁੰਦੇ ਹਨ। ਇਸੇ ਲਈ ਕਹਿੰਦੇ ਹਨ ਕਿ ਕਿਸੇ ਜ਼ਿੰਮੇਵਾਰ ਅਹੁਦੇ 'ਤੇ ਕਿਸੇ ਨਿਕੰਮੇ ਅਤੇ ਲਾਪਰਵਾਹ ਵਿਅਕਤੀ ਦੇ ਲੱਗੇ ਹੋਣ ਜਿਹੀ ਕੋਈ ਚਿੜ ਨਹੀਂ ਹੁੰਦੀ। ਕਿਸੇ ਨੇ ਪੁੱਛਿਆ, ਜੇ ਇਨ੍ਹਾਂ 10% ਨਿਕੰਮਿਆਂ ਨੂੰ ਹਟਾ ਦਿੱਤਾ ਜਾਵੇ ਤਾਂ ਕੀ ਸਮੱਸਿਆ ਹੱਲ ਹੋ ਜਾਵੇਗੀ? ਨਹੀਂ, ਜਿਹੜੇ ਬਾਕੀ ਬਚਣਗੇ ਉਹਨਾਂ ਵਿੱਚੋਂ 10% ਨਿਕੰਮੇ ਹੋ ਨਿਬੜਨਗੇ, ਕਿਉਂਕਿ ਇਹ 10% ਬਾਕੀ 90% ਲਈ ਸਮੱਸਿਆਵਾਂ ਉਪਜਾਉਂਦੇ ਹਨ। ਵਿਹਾਰ ਦੇ ਪੱਖੋਂ ਗੰਭੀਰ ਜਾਂ ਲਾਪਰਵਾਹ ਹੋਣ, ਜ਼ਿੰਮੇਵਾਰ ਜਾਂ ਗੈਰ ਜ਼ਿੰਮੇਵਾਰ ਹੋਣ, ਸੰਜਮੀ ਜਾਂ ਫਜ਼ੂਲ ਖਰਚ ਹੋਣ ਦੀਆਂ ਬੁਨਿਆਦੀ ਆਦਤਾਂ 18-20 ਸਾਲ ਦੀ ਉਮਰ ਵਿੱਚ ਪੈ ਜਾਂਦੀਆਂ ਹਨ, ਜਿਨ੍ਹਾਂ ਦੇ ਬਦਲਣ ਦੀਆਂ ਸੰਭਾਵਨਾਵਾਂ ਬੜੀਆਂ ਘੱਟ ਹੁੰਦੀਆਂ ਹਨ। ਇਹਨਾਂ 10% ਦੀ ਪਰਵਾਹ ਕਰਨ ਦੀ ਲੋੜ ਨਹੀਂ, ਪਰ ਇਹਨਾਂ ਨਾਲ ਮੋਰਚਾ ਲਾਉਣ ਦੀ ਵੀ ਲੋੜ ਨਹੀਂ। ਸਥਿਤੀ ਕੋਈ ਹੋਵੇ, ਇਹ ਸਮੱਸਿਆਵਾਂ ਉਪਜਾਉਣਗੇ। ਜ਼ਰੂਰੀ ਕੰਮਾਂ ਵਿੱਚ ਇਹਨਾਂ ਦੀ ਥਾਂ ਬਦਲਵੇਂ ਪ੍ਰਬੰਧ ਕਰ ਲੈਣੇ ਚਾਹੀਦੇ ਹਨ, ਕਿਉਂਕਿ ਇਹ ਮੌਕੇ 'ਤੇ ਧੋਖਾ ਦੇ ਕੇ ਸੰਕਟ ਉਪਜਾਉਣਗੇ। ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਵਾਲੇ ਖੇਤਰ ਤੋਂ ਬਾਹਰ ਹੀ ਰੱਖਣਾ ਪਏਗਾ। ਇਹਨਾਂ ਦੀ ਰਾਏ ਭਾਵੇਂ ਸੁਣੋ, ਪੁੱਛੋ, ਪਰ ਨਿਰਣਾ ਸਥਿਤੀ ਅਨੁਸਾਰ ਲੈਣਾ ਸਹੀ ਹੋਵੇਗਾ। ਇਹਨਾਂ ਦੇ ਗੈਰ ਜ਼ਿੰਮੇਵਾਰ ਵਿਹਾਰ ਲਈ ਆਪਣੇ ਆਪ ਨੂੰ ਤਿਆਰ ਰੱਖੋ। ਲਾਪਰਵਾਹੀ ਸਭ ਥਾਵਾਂ 'ਤੇ ਹੈ। ਇਸੇ ਲਈ ਸਮੱਸਿਆਵਾਂ, ਹਿੰਸਾ, ਅਪਰਾਧਾਂ, ਹੜਤਾਲਾਂ, ਆਵਾਜਾਈ ਰੋਕਣ ਜਿਹੀਆਂ ਹਾਲਤਾਂ ਦਾ ਬੋਲਬਾਲਾ ਹੈ। ਜ਼ਿੰਮੇਵਾਰ ਕਿਵੇਂ ਬਣਿਆ ਜਾਏ, ਇਸ ਸੰਬੰਧ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਵਾਸਤਵ ਵਿੱਚ ਬਹੁਤੇ ਲੋਕ ਸੁਤੰਤਰ ਨਹੀਂ ਹੋਣਾ ਚਾਹੁੰਦੇ, ਲਾਪਰਵਾਹ ਹੋਣਾ ਚਾਹੁੰਦੇ ਹਨ, ਜ਼ਿੰਮੇਵਾਰੀ ਤੋਂ ਬਿਨਾਂ ਅਧਿਕਾਰ ਮਾਣਨਾ ਚਾਹੁੰਦੇ ਹਨ। ਜ਼ਿੰਮੇਵਾਰੀ ਆਪੇ ਨਹੀਂ ਉਪਜਦੀ, ਕਿਧਰੋਂ ਮਿਲਦੀ ਨਹੀਂ। ਇਹ ਸਾਡੀ ਆਪਣੀ ਚੋਣ ਹੁੰਦੀ ਹੈ। ਇਹ ਅੰਦਰੋਂ ਉਪਜਦੀ ਹੈ। ਇਸ ਨਾਲ ਜ਼ਿੰਦਗੀ ਨੂੰ ਅਰਥ ਮਿਲਦੇ ਹਨ। ਇਸ ਨਾਲ ਜਾਣ ਪਛਾਣ ਵੱਧਦੀ ਹੈ ਅਤੇ ਮਹੱਤਵ ਉਸਰਦਾ ਹੈ। ਜੇ ਤੁਹਾਨੂੰ ਹੋਰ ਜ਼ਿੰਮੇਵਾਰੀ ਨਹੀਂ ਮਿਲ ਰਹੀ ਜਾਂ ਨਹੀਂ ਦਿੱਤੀ ਜਾ ਰਹੀ, ਤਾਂ ਸਪਸ਼ਟ ਹੈ ਕਿ ਤੁਸੀਂ ਵਰਤਮਾਨ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਨਹੀਂ ਰਹੇ। ਇਹ ਨਿਕੰਮਿਆਂ ਅਤੇ ਕੰਮਚੋਰਾਂ ਦਾ ਹਾਸੋਹੀਣਾ ਤਰਕ ਹੈ ਕਿ ਜੇ ਮੈਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲੇ ਤਾਂ ਮੈਂ ਕੁਝ ਕਰਕੇ ਵਿਖਾਵਾਂ। ਜ਼ਿੰਮੇਵਾਰੀ ਦੀ ਮੁੱਢਲੀ ਜਾਣ ਪਛਾਣ ਅਤੇ ਸਿਖਲਾਈ ਪਰਿਵਾਰ ਵਿੱਚੋਂ ਮਿਲਦੀ ਹੈ। ਮਾਪੇ ਆਪਣੇ ਵਿਹਾਰ ਨਾਲ ਸੰਤਾਨ ਨੂੰ ਜ਼ਿੰਮੇਵਾਰ ਬਣਾਉਂਦੇ ਹਨ। ਸੰਤਾਨ ਦੇ ਵਿਹਾਰਕ ਵਿਗਾੜ ਦੀ ਅੰਤਲੀ ਜ਼ਿੰਮੇਵਾਰੀ ਮਾਪਿਆਂ ਦੀ ਹੀ ਹੁੰਦੀ ਹੈ।
ਜੇ ਮਾਪੇ ਸਧਾਰਨ ਸੂਝ-ਬੂਝ ਵਾਲੇ ਹਨ ਤਾਂ ਲਾਇਕ ਸੰਤਾਨ ਬਗਾਵਤ ਕਰੇਗੀ। ਜੇ ਮਾਪੇ ਕੱਟੜ ਅਤੇ ਪਰੰਪਰਾਵਾਦੀ ਹਨ ਤਾਂ ਅਜਿਹੇ ਪਰਿਵਾਰ ਦਾ ਕਿਸੇ ਮਹਾਨਗਰ ਜਾਂ ਵੱਡੀ ਕਲੋਨੀ ਵਿੱਚ ਰਹਿਣਾ ਸੁਖਾਲਾ ਨਹੀਂ ਹੋਵੇਗਾ। ਪਿਤਾ ਦੀ ਗੈਰਹਾਜ਼ਰੀ ਵਿੱਚ ਪਲੇ ਬੱਚੇ ਦੀਆਂ ਸਮੱਸਿਆਵਾਂ ਪਿਤਾ ਦੀ ਸ਼ਕਤੀ ਦੇ ਸ਼ਿਕਾਰ ਬੱਚੇ ਦੀਆਂ ਸਮੱਸਿਆਵਾਂ ਨਾਲੋਂ ਵੱਖਰੀਆਂ ਹੋਣਗੀਆਂ। ਜਿਸ ਸਕੂਲ ਵਿੱਚ ਅਨੁਸ਼ਾਸਨ ਵਧੇਰੇ ਸਖਤ ਹੁੰਦਾ ਹੈ, ਉੱਥੇ ਨਵੇਂ ਵਿਚਾਰ ਪੈਦਾ ਨਹੀਂ ਹੁੰਦੇ ਅਤੇ ਨਵੀਆਂ ਸੋਚਾਂ ਵਾਲੇ ਆਗੂ ਨਹੀਂ ਉਪਜਦੇ। ਉੱਥੇ ਸਖਤੀ ਕਰਨ ਵਾਲੇ, ਵਿਰੋਧਤਾ ਕੁਚਲਣ ਵਾਲੇ ਵਿਅਕਤੀ ਹੀ ਉਪਜਦੇ ਹਨ। ਜਿਸ ਪਰਿਵਾਰ ਵਿੱਚ ਇੱਕ ਹੀ ਬੱਚਾ ਹੁੰਦਾ ਹੈ, ਉੱਥੇ ਅਕਸਰ ਬੱਚੇ ਨੂੰ ਕੋਈ ਜ਼ਿੰਮੇਵਾਰੀ ਨਿਭਾਉਣ ਹੀ ਨਹੀਂ ਦਿੱਤੀ ਜਾਂਦੀ। ਉਸ ਲਾਡਲੇ ਦੀਆਂ ਸਾਰੀਆਂ ਸਮੱਸਿਆਵਾਂ ਮਾਪੇ ਹੀ ਹੱਲ ਕਰੀ ਜਾਂਦੇ ਹਨ। ਗਮਲਿਆਂ ਵਿੱਚ ਬੂਟੇ ਹੀ ਲੱਗਦੇ ਹਨ, ਦਰਖਤ ਨਹੀਂ ਉੱਗਦੇ। ਜ਼ਿੰਮੇਵਾਰ ਬਣਨ ਲਈ ਜ਼ਰੂਰੀ ਹੈ ਕਿ ਜਿਹੜੀ ਜ਼ਿੰਮੇਵਾਰੀ ਮਿਲੀ ਜਾਂ ਲਈ ਹੋਈ ਹੈ, ਉਹ ਪਹਿਲ ਦੇ ਆਧਾਰ 'ਤੇ ਸੁਹਿਰਦਤਾ ਨਾਲ ਨਿਭਾਈ ਜਾਵੇ। ਵਿਦਿਆਰਥੀ ਦੀ ਜ਼ਿੰਮੇਵਾਰੀ ਪੜ੍ਹਾਈ ਕਰਨਾ ਹੈ। ਮਰੀਜ਼ ਦੀ ਜ਼ਿੰਮੇਵਾਰੀ ਦਵਾਈ ਲੈ ਕੇ ਆਰਾਮ ਕਰਕੇ ਤੰਦਰੁਸਤ ਹੋਣਾ ਹੈ। ਜਿਹੜੇ ਮਸਲੇ ਸਾਹਮਣੇ ਹਨ, ਪਹਿਲਾਂ ਉਹ ਨਜਿੱਠਣੇ ਪੈਣਗੇ। ਜਿਵੇਂ ਕਿਸੇ ਦੀ ਮੌਤ ਹੋ ਗਈ ਹੈ, ਕਿਸੇ ਨਾਲ ਦੁਰਘਟਨਾ ਵਾਪਰ ਗਈ ਹੈ। ਇਹ ਫੌਰੀ ਧਿਆਨ ਮੰਗਣ ਵਾਲੇ ਮਸਲੇ ਹਨ। ਦਾਖਲਾ ਲੈਣਾ ਹੈ, ਫੀਸ ਭਰਵਾਉਣੀ ਹੈ, ਕਰਜ਼ੇ ਦੀ ਕਿਸ਼ਤ ਜਮ੍ਹਾਂ ਕਰਵਾਉਣੀ ਹੈ। ਇਹ ਕਿਸੇ ਤੋਂ ਕਰਵਾਉਣ ਵਾਲੇ ਨਹੀਂ, ਆਪ ਕਰਨ ਵਾਲੇ ਕੰਮ ਹਨ। ਜਿਹੜੀ ਜ਼ਿੰਮੇਵਾਰੀ ਚੁੱਕੀ ਹੋਈ ਹੈ, ਉਸ ਨੂੰ ਪੂਰੀ ਕਰਨ ਵਿੱਚ ਮੁਸ਼ਕਲਾਂ ਆਉਣਗੀਆਂ। ਉਹਨਾਂ ਨਾਲ ਨਿਪਟਣ ਦੀ ਜ਼ਿੰਮੇਵਾਰੀ ਸਾਡੀ ਹੈ। ਜੇ ਕੰਮ ਵੱਧ ਗਿਆ ਹੈ ਤਾਂ ਵੱਧ ਕੰਮ ਕਰਨ ਦੀ ਜ਼ਿੰਮੇਵਾਰੀ ਚੁੱਕਣੀ ਪਏਗੀ। ਵੱਡੇ ਕਾਰਜਾਂ ਵਿੱਚ ਜ਼ਿੰਮੇਵਾਰੀ ਨਿਭਾਉਣ ਦਾ ਇਨਾਮ ਨਹੀਂ ਮਿਲੇਗਾ, ਜ਼ਿੰਮੇਵਾਰੀ ਨਾ ਨਿਭਾਉਣ ਦਾ ਦੰਡ ਮਿਲੇਗਾ। ਹਰ ਜ਼ਿੰਮੇਵਾਰੀ ਵਿੱਚ, ਹਰੇਕ ਸਮੱਸਿਆ ਵਿੱਚ ਕੁਝ ਅਜਿਹਾ ਹੁੰਦਾ ਹੈ ਜਿਹੜਾ ਸਾਡੇ ਵੱਸ ਨਹੀਂ ਹੁੰਦਾ। ਇਸ ਸੰਬੰਧੀ ਹੀ ਅਸੀਂ ਬਹਾਨੇ ਬਣਾਉਂਦੇ ਹਾਂ। ਬਹਾਨੇ ਦਾ ਅਰਥ ਹੈ ਮੈਂ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ। ਹਰ ਕੋਈ ਸ਼ੁਰੂ ਵਿੱਚ ਹੀ ਸਿਕੰਦਰ ਨਹੀਂ ਬਣ ਜਾਂਦਾ। ਪਹਿਲਾਂ ਛੋਟੇ ਕੰਮਾਂ ਨੂੰ ਹੱਥ ਪਾਉਣ ਅਤੇ ਇੱਕ ਵੇਲੇ ਇੱਕ ਕੰਮ ਨਿਪਟਾਉਣ ਨਾਲ ਹਿੰਮਤ ਅਤੇ ਸਮਰੱਥਾ ਦੋਵੇਂ ਵੱਧਦੀਆਂ ਹਨ। ਜ਼ਿੰਮੇਵਾਰੀ ਚੁੱਕਦੇ ਜਾਵੋਗੇ, ਸਵੈ ਵਿਸ਼ਵਾਸ ਵੱਧਦਾ ਜਾਵੇਗਾ। ਇੱਕੋ ਵੇਲੇ ਸਭ ਕੁਝ ਕਰਨਾ ਸੰਭਵ ਨਹੀਂ ਹੁੰਦਾ, ਪਰ ਜ਼ਰੂਰੀ ਕਾਰਜਾਂ ਨੂੰ ਕਰਨਾ ਸੰਭਵ ਹੁੰਦਾ ਹੈ। ਗਲਤੀਆਂ ਤੋਂ ਸਿੱਖਣ ਨਾਲ ਅਸੀਂ ਭਵਿੱਖ ਵਿੱਚ ਜ਼ਿੰਮੇਵਾਰੀ ਨੂੰ ਵਧੇਰੇ ਯੋਗਤਾ ਨਾਲ ਨਿਭਾਉਣ ਦੇ ਯੋਗ ਹੋ ਜਾਂਦੇ ਹਾਂ। ਸਾਵਧਾਨੀ ਅਤੇ ਵਿਉਂਤਬੰਦੀ ਨਾਲ ਵਕਤ ਅਤੇ ਵਸੀਲੇ ਬਚਦੇ ਹਨ। ਜੇ ਜ਼ਿੰਮੇਵਾਰ ਹੋ ਤਾਂ ਕੁਝ ਆਰੰਭਣ ਲਈ ਕਿਸੇ ਨੂੰ ਉਡੀਕਣ ਦੀ ਲੋੜ ਨਹੀਂ। ਜ਼ਿੰਮੇਵਾਰ ਵਿਅਕਤੀ ਨਿਗਰਾਨੀ ਤੋਂ ਬਿਨਾਂ ਕੰਮ ਕਰ ਸਕਦਾ ਹੈ ਅਤੇ ਕਰਦਾ ਹੈ। ਨਵੀਂ ਉਭਰੀ ਸਥਿਤੀ ਸੰਭਾਲਣ ਲਈ ਪਹਿਲ ਕਰਨ ਨਾਲ ਸਾਡੀ ਸ਼ਕਤੀ ਵੱਧਦੀ ਹੈ, ਜਿਸ ਨਾਲ ਸਾਡੇ ਮੋਢੇ ਗੋਡੇ ਮਜ਼ਬੂਤ ਹੁੰਦੇ ਹਨ। ਜੇ ਮੋਢੇ ਮਜ਼ਬੂਤ ਹੋਣ ਤਾਂ ਜ਼ਿੰਮੇਵਾਰੀ ਵੀ ਮਨੋਰੰਜਨ ਬਣ ਜਾਂਦੀ ਹੈ। ਦੋਸਤ, ਪਤੀ ਪਤਨੀ, ਮੁਖੀ, ਪ੍ਰਬੰਧਕ, ਅਧਿਆਪਕ, ਡਾਕਟਰ ਆਦਿ ਰਿਸ਼ਤਿਆਂ ਅਹੁਦਿਆਂ ਦੇ ਨਹੀਂ, ਜ਼ਿੰਮੇਵਾਰੀਆਂ ਦੇ ਨਾਂ ਹਨ। ਸਾਡਾ ਅੱਜ ਕੱਲ੍ਹ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰੀ ਵਾਸਤੇ ਹੈ। ਸਾਡਾ ਅੱਜ ਕੱਲ੍ਹ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰੀ ਵਾਸਤੇ ਹੈ। ਮਹਾਨਤਾ ਅਤੇ ਪ੍ਰਸਿੱਧੀ ਦੀ ਕੀਮਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਪ੍ਰਜਾ ਜਿਤਨੀ ਜ਼ਿੰਮੇਵਾਰ ਹੁੰਦੀ ਹੈ, ਪ੍ਰਜਾਤੰਤਰ ਉਤਨਾ ਕੁ ਮਜ਼ਬੂਤ ਹੁੰਦਾ ਹੈ। ਅਸੀਂ ਅਤੀਤ ਦੀਆਂ ਯਾਦਾਂ, ਬਰਸੀਆਂ, ਜੁਬਲੀਆਂ ਅਤੇ ਸ਼ਤਾਬਦੀਆਂ ਮਨਾਉਣ ਨਾਲ ਨਹੀਂ, ਭਵਿੱਖ ਦੀਆਂ ਵਿਉਂਤਾਂ ਬਣਾਉਣ ਅਤੇ ਇਹਨਾਂ ਨੂੰ ਪੂਰੇ ਕਰਨ ਦੀਆਂ ਜ਼ਿੰਮੇਵਾਰੀਆਂ ਨਾਲ ਸਿਆਣੇ ਅਤੇ ਮਜ਼ਬੂਤ ਹੋਵਾਂਗੇ। ਆਪਣੇ ਆਪ ਨੂੰ ਅਤੇ ਆਪਣੇ ਸੰਸਾਰ ਨੂੰ ਬਦਲਣ ਦੀ ਜ਼ਿੰਮੇਵਾਰੀ ਸਾਡੀ ਹੈ। ਅਧਿਆਪਕ ਚੰਗਾ ਅਧਿਆਪਕ ਬਣ ਕੇ, ਡਾਕਟਰ ਮਾਹਿਰ ਡਾਕਟਰ ਬਣ ਕੇ, ਵਪਾਰੀ ਚੰਗਾ ਵਪਾਰੀ ਬਣ ਕੇ ਹੀ ਆਪਣੇ ਜੀਵਨ ਅਤੇ ਸਮਾਜ ਵਿੱਚ ਲਾਹੇਵੰਦਾਂ ਅਤੇ ਹੰਢਣਸਾਰ ਪਰਿਵਰਤਨ ਲਿਆ ਸਕਦੇ ਹਨ। ਸਥਿਤੀ ਕੋਈ ਹੋਵੇ, ਅਸੀਂ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਗੈਰ ਜ਼ਿੰਮੇਵਾਰ ਪ੍ਰੇਮੀ ਦੀ ਪ੍ਰੇਮਿਕਾ ਉਸ ਨੂੰ ਤਿਆਗ ਦਿੰਦੀ ਹੈ। ਲਾਪਰਵਾਹ ਇਸਤਰੀ ਦਾ ਪਤੀ ਨਜਾਇਜ਼ ਸੰਬੰਧ ਉਸਾਰ ਲੈਂਦਾ ਹੈ। ਜ਼ਿੰਮੇਵਾਰੀ ਵਿੱਚੋਂ ਭਰੋਸਾ, ਵਫ਼ਾਦਾਰੀ ਅਤੇ ਸਵੈ-ਮਾਣ ਦੇ ਗੁਣ ਉਪਜਦੇ ਹਨ। ਬੱਚਿਆਂ ਦੇ ਪੈਰ ਜ਼ਮੀਨ 'ਤੇ ਰੱਖਣ ਲਈ ਉਹਨਾਂ ਨੂੰ ਜ਼ਿੰਮੇਵਾਰੀਆਂ ਦਿਓ। ਬੱਚਿਆਂ ਲਈ ਹਰ ਮੰਗ ਇਸ ਲਈ ਪੂਰੀ ਨਹੀਂ ਕਰਨੀ ਚਾਹੀਦੀ ਤਾਂ ਕਿ ਉਹ ਜਾਣ ਸਕਣ ਕਿ ਨਿਰਾਸ਼ਤਾ ਵੀ ਜ਼ਿੰਦਗੀ ਦਾ ਭਾਗ ਹੁੰਦੀ ਹੈ। ਜੇ ਉਹ ਯਥਾਰਥ ਦੇ ਸਨਮੁਖ ਰਹਿਣਗੇ ਤਾਂ ਉਹਨਾਂ ਵਿੱਚ ਨਿਰਾਸ਼ਤਾ, ਅਸਫਲਤਾ ਆਦਿ ਨੂੰ ਬਰਦਾਸ਼ਤ ਕਰਨ, ਹਾਰ ਵਿੱਚ ਸਬੂਤੇ ਰਹਿਣ ਅਤੇ ਜਿੱਤ ਵਿੱਚ ਸੰਜਮ ਵਿਖਾਉਣ ਦੇ ਗੁਣ ਆਪ ਮੁਹਾਰੇ ਉਪਜਣਗੇ। ਸੰਸਾਰ ਵਿੱਚ ਸਤਿਕਾਰ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਜ਼ਿੰਮੇਵਾਰੀ ਚੁੱਕਦੇ ਹਨ ਅਤੇ ਨਿਭਾਉਂਦੇ ਹਨ। ਗੁਰੂ ਤੇਗ ਬਹਾਦਰ ਨੇ ਆਪ ਅੱਗੇ ਹੋ ਕੇ ਜ਼ਿੰਮੇਵਾਰੀ ਨਿਭਾਈ ਸੀ। ਲਿੰਕਨ ਨੇ ਗੁਲਾਮੀ ਖਤਮ ਕਰਨ ਦਾ ਬੀੜਾ ਚੁੱਕਿਆ ਸੀ। ਸਰਦਾਰ ਪਟੇਲ ਇੱਕ ਵਾਰੀ ਜਦੋਂ ਇੱਕ ਅਦਾਲਤ ਵਿੱਚ ਇੱਕ ਮੁਕੱਦਮੇ ਵਿੱਚ ਬਹਿਸ ਕਰ ਰਹੇ ਸਨ, ਉਹਨਾਂ ਨੂੰ ਆਪਣੀ ਪਤਨੀ ਦੇ ਮਰਨ ਦੀ ਸੂਚਨਾ ਵਾਲੀ ਚਿੱਠ ਮਿਲੀ। ਪੜ੍ਹੀ
ਪਰ ਬਹਿਸ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਨਿਭਾਈ। ਯੂਨੀਵਰਸਿਟੀ ਵਿੱਚ ਗਿੱਧੇ ਦੇ ਸਿਖਰਲੇ ਮੁਕਾਬਲੇ ਵਾਲੇ ਦਿਨ ਇੱਕ ਟੀਮ ਦੀ ਕਪਤਾਨ ਦੀ ਮਾਂ ਮਰ ਗਈ, ਪਰ ਇਸ ਦੇ ਬਾਵਜੂਦ ਉਸਨੇ ਗਿੱਧਾ ਪਾਇਆ ਅਤੇ ਉਸ ਬਾਰੇ ਪ੍ਰਸਿੱਧ ਹੋ ਗਿਆ ਕਿ ਜਿਹੜੀ ਮਾਂ ਦੇ ਮਰਨ ਵਾਲੇ ਦਿਨ ਗਿੱਧਾ ਪਾਉਣ ਦੀ ਜ਼ਿੰਮੇਵਾਰੀ ਨਿਭਾ ਸਕਦੀ ਹੈ, ਉਹ ਹਰ ਜ਼ਿੰਮੇਵਾਰੀ ਨਿਭਾ ਸਕਦੀ ਹੈ। ਇੱਕ ਲੜਕੀ ਬਹੁਤ ਖਾਂਦੀ ਸੀ ਕਿਉਂਕਿ ਕੋਈ ਜ਼ਿੰਮੇਵਾਰੀ ਅਤੇ ਉਦੇਸ਼ ਨਹੀਂ ਸੀ। ਉਹ ਮੋਟੀ ਹੋ ਗਈ ਅਤੇ ਮੋਟਾਪੇ ਕਾਰਨ ਕੋਝੀ ਹੋ ਗਈ। ਇੱਕ ਵਾਰੀ ਉਸਨੂੰ ਸੋਕੇ ਦੇ ਸ਼ਿਕਾਰ ਭੋਜਨ ਦੀ ਥੁੜ ਵਾਲੇ ਇਲਾਕੇ ਵਿੱਚ ਵਲੰਟੀਅਰ ਵਜੋਂ ਵਿਚਰਨਾ ਪਿਆ, ਜਿੱਥੇ ਉਸਨੇ ਹੋਰਾਂ ਨਾਲ ਰਲ ਕੇ 3 ਮਹੀਨੇ ਭੁੱਖੇ ਲੋਕਾਂ ਲਈ ਵੱਖ-ਵੱਖ ਸਾਧਨਾਂ ਅਤੇ ਸਰੋਤਾਂ ਤੋਂ ਭੋਜਨ ਇਕੱਤਰ ਕਰਨ ਦਾ ਕਾਰਜ ਕੀਤਾ। ਪਹਿਲਾਂ ਉਹ ਸਵਾਰਥੀ ਸੀ, ਹੁਣ ਉਹ ਕਲਿਆਣਕਾਰੀ ਸੀ। ਕੱਲ੍ਹ ਪਰਸੋਂ ਲਈ ਭੋਜਨ ਇਕੱਤਰ ਕਰਨ ਦੀ ਜ਼ਿੰਮੇਵਾਰੀ ਕਾਰਨ ਉਸ ਕੋਲ ਖਾਣ ਸੌਣ ਦੀ ਵਿਹਲ ਹੀ ਨਹੀਂ ਸੀ। ਪਹਿਲਾਂ ਉਹ ਭੁੱਖਿਆਂ ਵਾਂਗ ਖਾਂਦੀ ਸੀ, ਹੁਣ ਉਹ ਭੁੱਖਿਆਂ ਨੂੰ ਖਵਾਉਂਦੀ ਸੀ। ਇਨ੍ਹਾਂ ਰੁਝੇਵਿਆਂ ਅਤੇ ਯਤਨਾਂ ਵਜੋਂ ਉਹ ਪਤਲੀ ਹੋ ਗਈ ਅਤੇ ਸਵੈ ਵਿਸ਼ਵਾਸ ਕਾਰਨ ਸੋਹਣੀ ਹੋ ਗਈ। ਪਤਲੀ ਉਹ ਭੁੱਖੇ ਚਿਹਰੇ ਵੇਖ ਕੇ ਆਪ ਘੱਟ ਖਾਣ ਕਾਰਨ ਹੋਈ, ਸੋਹਣੀ ਉਹ ਭੁੱਖਿਆਂ ਨੂੰ ਰਜਾਉਣ ਦੀ ਜ਼ਿੰਮੇਵਾਰੀ ਨਿਭਾਉਣ ਕਾਰਨ ਹੋਈ। ਹਰ ਕੋਈ ਬਾਹਰਲੇ ਸੰਸਾਰ ਤੋਂ ਮਾਨਤਾ ਚਾਹੁੰਦਾ ਹੈ, ਜਿਹੜੀ ਮਿਲਦੀ ਅੰਦਰਲੀ ਸ਼ਕਤੀ ਅਤੇ ਕੁਰਬਾਨੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਦੇ ਅਨੁਪਾਤ ਵਿੱਚ ਹੈ। ਜੇ ਆਗੂ, ਅਧਿਆਪਕ, ਪਿਤਾ ਜਾਂ ਪਤੀ ਵਿੱਚ ਜ਼ਿੰਮੇਵਾਰੀ ਦਾ ਗੁਣ ਨਹੀਂ, ਤਾਂ ਹੋਰ ਕਿਸੇ ਗੁਣ ਦਾ ਕੋਈ ਅਰਥ ਨਹੀਂ ਹੋਵੇਗਾ। ਜ਼ਿੰਮੇਵਾਰੀ ਸਾਨੂੰ ਹੀਨਤਾ ਅਤੇ ਟਾਹੂ ਰੁਚੀਆਂ ਤੋਂ ਮੁਕਤ ਕਰਦੀ ਹੈ। ਜ਼ਿੰਦਗੀ ਬੜੀ ਸੰਖੇਪ ਹੈ, ਲਾਪਰਵਾਹੀ ਨਾਲ ਇਹ ਸੁੰਗੜ ਜਾਂਦੀ ਹੈ। ਅਸੀਂ ਹੋਰਾਂ ਦੇ ਲਾਏ ਬੂਟਿਆਂ ਦੀ ਛਾਂ ਮਾਣੀ ਹੈ, ਅਸੀਂ ਹੋਰਾਂ ਦੀਆਂ ਉਪਜਾਈਆਂ ਸਹੂਲਤਾਂ ਮਾਣੀਆਂ ਹਨ, ਅਸੀਂ ਹੋਰਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦ ਹੋਏ ਹਾਂ। ਅੱਜ ਸਾਨੂੰ ਉਹ ਬੂਟੇ ਲਾਉਣ, ਉਹ ਕਾਰਜ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜਿਨ੍ਹਾਂ ਦੇ ਫਲ ਆਉਣ ਵਾਲੀਆਂ ਪੀੜ੍ਹੀਆਂ ਮਾਣਨਗੀਆਂ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।